सक्सेस ठाकरानी यूट्यूब चैनल को और इस बेल आइकन को क्लिक कीजिए अपनी पढ़ाई जारी रखने के लिए। धन्यवाद। गुड मॉर्निंग प्यारे बच्चों। ਆਪਾਂ ਆਪਣਾ ਚੈਪਟਰ ਪੰਜਾਬੀ ਵਿੱਚ ਆਪਣਾ ਚੈਪਟਰ ਚੱਲ ਰਿਹਾ ਸੀਗਾ ਭਾਗ ਦੂਜਾ ਲੋਕ ਕਹਾਣੀ ਪਰਿਭਾਸ਼ਾ ਅਤੇ ਰੂਪ। ਇਹਦੇ ਵਿੱਚ ਆਪਾਂ ਨੀਤੀ ਕਥਾਵਾਂ ਪੜ੍ਹੀਆਂ ਸੀਗੀਆਂ, ਚੰਦਰੀ ਸੰਗਤ, ਸ਼ੇਰ ਤੇ ਬਾਂਦਰ, ਟਾਲੀ ਮੇਰੇ ਬੱਚੇ, ਰਾਜੇ ਦਾ ਕਸੂਰ, ਸੱਚ ਦਾ ਨਿਤਾਰਾ। ਹੁਣ ਆਪਾਂ ਬੱਚਿਓ ਪੜ੍ਹਾਂਗੇ ਪਰੀ ਕਥਾਵਾਂ। ਪਰੀ ਕਥਾਵਾਂ ਪੜ੍ਹਾਂਗੇ ਅਤੇ ਸਭ ਤੋਂ ਪਹਿਲਾਂ ਆਪਾਂ ਪਰੀ ਕਥਾਵਾਂ ਕੀ ਹੁੰਦੀਆਂ ਨੇ ਇਹਨਾਂ ਬਾਰੇ ਆਪਾਂ ਥੋੜ੍ਹਾ ਰੀਡ ਕਰਾਂਗੇ। ਦੇਖੋ ਬੱਚਿਓ, ਲੋਕ ਕਥਾਵਾਂ ਸੱਭਿਆਚਾਰ ਦਾ ਦਰਪਣ ਹੁੰਦੀਆਂ ਹਨ। ਇਹ ਸਮਾਜ ਦੀ ਵਿਵਹਾਰਿਕ ਜੀਵਨ ਸ਼ੈਲੀ ਦਾ ਮਹੱਤਵਪੂਰਨ ਹਿੱਸਾ ਹੁੰਦੀਆਂ ਨੇ। ਇਹ ਲੋਕ ਮਨ ਨੂੰ ਅਰਥਪੂਰਨ ਰੂਪ ਵਿੱਚ ਪੇਸ਼ ਕਰਦੀਆਂ ਨੇ। ਲੋਕ ਕਥਾਵਾਂ ਦੇ ਵਿਭਿੰਨ ਰੂਪ ਹਨ, ਜਿਨ੍ਹਾਂ ਵਿੱਚੋਂ ਪਰੀ ਕਥਾਵਾਂ ਮਹੱਤਵਪੂਰਨ ਅੰਗ ਹਨ। ਬੱਚਿਓ, ਕੀ ਤੁਸੀਂ ਕਦੇ ਕੋਈ ਪਰੀ ਕਥਾ ਸੁਣੀ ਹੈ? ਪਰੀ ਬਾਰੇ, ਪਰੀਆਂ ਬਾਰੇ ਕੋਈ ਕਹਾਣੀਆਂ ਸੁਣੀਆਂ? ਜੇਕਰ ਸੁਣੀਆਂ ਹੈ ਤਾਂ ਬਹੁਤ ਵਧੀਆ ਹੈ। ਮੈਂ ਵੀ ਬਥੇਰੀਆਂ ਸੁਣੀਆਂ ਨੇ ਮੇਰੇ ਨਾਨਾ ਜੀ ਤੋਂ। ਅਤੇ ਹੁਣ ਆਪਾਂ ਅੱਗੇ ਰੀਡ ਕਰਾਂਗੇ ਬੱਚਿਓ ਪਰੀ ਕਥਾਵਾਂ। ਪਰੀ ਕਥਾਵਾਂ ਕੀ ਹਨ? ਜਿਸ ਤਰ੍ਹਾਂ ਕਿ ਇਸ ਦੇ ਨਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਲੋਕ ਕਹਾਣੀਆਂ ਦਾ ਸੰਬੰਧ ਕਿਸੇ ਪਰੀ, ਅਪਸਰਾ, ਦੇਵੀ, ਸਹਿਜਾਦੀਆਂ ਆਦਿ ਨਾਲ ਸੰਬੰਧਿਤ ਬਿਰਤਾਂਤਕ ਕੁਝ ਅੱਗੇ ਲਿਖਿਆ ਹੈ ਬਿਰਤਾਂਤਕ ਹੁੰਦਾ ਹੈ। ਪਰੀ ਫਾਰਸੀ ਭਾਸ਼ਾ ਦਾ ਸ਼ਬਦ ਹੈ। ਬਿਰਤਾਂਤ ਬਾਰੇ ਹੁੰਦਾ ਹੈ। ਪਰੀ ਫਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦੀ ਉਤਪੱਤੀ ਪਰੀਦਨ ਤੋਂ ਹੋਈ ਮੰਨੀ ਜਾਂਦੀ ਹੈ, ਜਿਸ ਦੇ ਸ਼ਾਬਦਿਕ ਅਰਥ ਹਨ ਉੱਡਣਾ। ਇਸ ਦਾ ਸ਼ਾਬਦਿਕ ਅਰਥ ਕੀ ਹੈ? ਉੱਡਣਾ ਨਾਲ ਸੰਬੰਧਿਤ ਹਨ। ਉਹਨਾਂ ਲੋਕਾਂ ਦਾ ਵਿਸ਼ਵਾਸ ਸੀ ਕਿ ਪਰੀ ਉਹ ਇਸਤਰੀ ਹੈ ਜੋ ਉੱਡ ਵੀ ਸਕਦੀ ਹੈ। ਦਰਅਸਲ ਪਰੀ ਕਥਾਵਾਂ ਦੀ ਰਚਨਾ ਦ੍ਰਿਸ਼ਟੀ ਵਿਲੱਖਣ ਕਿਸਮ ਦੀ ਹੈ। ਪਰੀ ਕਥਾਵਾਂ ਦੀ ਰਚਨਾ ਦ੍ਰਿਸ਼ਟੀ ਵਿਲੱਖਣ ਕਿਸਮ ਦੀ ਹੈ। ਇਹਨਾਂ ਲੋਕ ਕਥਾਵਾਂ ਵਿੱਚ ਕਲਪਨਾ ਦੀ ਬਹੁਤਾਤ ਹੁੰਦੀ ਹੈ। ਜੀਵਨ ਵਿੱਚ ਹਰ ਅਸੰਭਵ ਜਾਪਣ ਵਾਲੀ ਗੱਲ ਪਰੀ ਕਥਾਵਾਂ ਵਿੱਚ ਸੰਭਵ ਜਾਪ ਸਕਦੀ ਹੈ। ਮਿਸਾਲ ਵਜੋਂ ਕੋਈ ਸ਼ਹਿਜ਼ਾਦਾ, ਰਾਜਾ, ਬਾਦਸ਼ਾਹ ਹੰਸ ਵਰਗੇ ਪੰਛੀ ਉੱਤੇ ਬੈਠ ਕੇ ਪਹਾੜਾਂ, ਦਰਿਆਵਾਂ, ਸਮੁੰਦਰਾਂ ਨੂੰ ਪਾਰ ਕਰ ਜਾਂਦਾ ਹੈ। ਪਰੀ ਸ਼ਹਿਜ਼ਾਦੀ ਭੇਸ ਵਟਾ ਕੇ ਫੁੱਲ, ਰੁੱਖ, ਕੁਝ ਵੀ ਬਣ ਜਾਂਦੀ ਹੈ। ਪੰਛੀ ਬੋਲਦੇ ਹਨ, ਦਿਲਾਂ ਦੇ ਭੇਦ ਸਾਂਝੇ ਕਰਦੇ ਹਨ। ਇੰਝ ਅਨੋਖੀ ਦੁਨੀਆ ਦੇ ਦੀਦਾਰ ਇਹਨਾਂ ਕਹਾਣੀਆਂ ਵਿੱਚੋਂ ਤਲਾਸ਼ੇ ਜਾ ਸਕਦੇ ਹਨ। ਪਰੀ ਜਗਤ ਦਾ ਚਰਿੱਤਰ ਵਸਤੂ ਜਗਤ ਨਾਲੋਂ ਭਿੰਨ ਹੈ। ਅੱਗੇ ਦੇਖਿਓ, ਮਨੋਰੰਜਨ ਦੇ ਨਾਲ ਨਾਲ ਕਹਾਣੀ ਰਸ ਇਹਨਾਂ ਕਥਾਵਾਂ ਦਾ ਮੁੱਖ ਲੱਛਣ ਹੁੰਦਾ ਹੈ। ਮਤਲਬ ਮਨੋਰੰਜਨ ਤਾਂ ਹੁੰਦਾ ਹੀ ਹੁੰਦਾ ਹੈ, ਨਾਲ ਨਾਲ ਇੱਕ ਕਹਾਣੀ ਰਸ, ਮਤਲਬ ਇੱਕ ਕਹਾਣੀ ਹੁੰਦੀ ਹੈ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਇਸ ਦਾ ਸੰਬੰਧ ਵਕਤੇ ਅਤੇ ਸਰੋਤੇ ਨਾਲ ਹੈ। ਵਕਤਾ ਬੋਲਣ ਵਾਲਾ, ਸਰੋਤਾ ਸੁਣਨ ਵਾਲਾ। ਪਰੀ ਕਥਾਵਾਂ ਨੇ ਜਾਂ ਸਿੰਪਲ ਕੋਈ ਵੀ ਕਹਾਣੀ ਹੈ, ਇਹਦੇ ਵਿੱਚ ਦੋ ਬੰਦੇ ਹੁੰਦੇ ਨੇ, ਇੱਕ ਬੋਲਣ ਵਾਲਾ ਅਤੇ ਇੱਕ ਸੁਣਨ ਵਾਲਾ। ਹੁੰਗਾਰਾ ਵੀ ਇਸ ਦਾ ਹਿੱਸਾ ਹੈ। ਮਤਲਬ ਆਪਾਂ ਕਹਾਣੀ ਸੁਣਦੇ ਅੱਗੇ ਫਿਰ ਕੀ ਹੋਇਆ ਐਵੇਂ ਬੋਲਦੇ ਆ ਨਾ। ਇਸ ਲਈ ਕਹਾਣੀ ਰਸ ਜ਼ਰੂਰੀ ਹੈ। ਕਈ ਵਿਦਵਾਨ ਇਹਨਾਂ ਕਹਾਣੀਆਂ ਵਿੱਚੋਂ ਸਾਡੇ ਲੋਕ ਵਿਸ਼ਵਾਸ, ਰਸਮ ਰਿਵਾਜ ਆਦਿ ਦੇ ਅੰਸ਼ ਵੀ ਤਲਾਸ਼ਣ ਦੀ ਕੋਸ਼ਿਸ਼ ਕਰਦੇ ਹਨ। ਪਰੀ ਕਥਾਵਾਂ ਦੇ ਪਾਤਰ ਕਿਸੇ ਤਲਾਸ਼ ਵਿੱਚ ਔਖੇ ਪੈਂਡਿਆਂ, ਮੁਸ਼ਕਿਲਾਂ ਨੂੰ ਤਨ ਮਨ ਤੇ ਹੰਡਾਉਂਦੇ ਹਨ। ਫਿਰ ਅਚਾਨਕ ਕੋਈ ਅਜਿਹਾ ਮੌਕਾ ਮੇਲ ਬਣਦਾ ਹੈ ਕਿ ਉਹ ਮਕਸਦ ਵਿੱਚ ਕਾਮਯਾਬ ਹੋ ਜਾਂਦੇ ਹਨ। ਸੰਘਰਸ਼ਮਈ ਜੀਵਨ ਦੀ ਪੇਸ਼ਕਾਰੀ ਕਰਕੇ ਹਿੰਮਤ, ਸਾਹਸ ਦੀ ਜਗਿਆਸਾ ਬਰਕਰਾਰ ਰੱਖੀ ਜਾਂਦੀ ਹੈ। ਇਹ ਪਹੁੰਚ ਦੀ ਪ੍ਰਾਪਤੀ ਕਰਕੇ ਨਾਇਕ ਦੇ ਮਨ ਨੂੰ ਸਕੂਨ ਮਿਲਦਾ ਹੈ। ਪਹੁੰਚ ਦੀ ਪ੍ਰਾਪਤੀ ਮਤਲਬ ਜਿੱਥੇ ਪਹੁੰਚੇ ਨਾ ਜਾ ਸਕੇ, ਉੱਥੇ ਪਰੀ ਕਥਾਵਾਂ ਦੇ ਨਾਇਕ ਪਹੁੰਚ ਜਾਂਦੇ ਨੇ ਅਤੇ ਉਹਨਾਂ ਦੇ ਮਨ ਨੂੰ ਵੀ ਸਕੂਨ ਮਿਲਦਾ ਹੈ ਅਤੇ ਕਹਾਣੀ ਨੂੰ ਪੜ੍ਹ ਕੇ ਆਪਾਂ ਨੂੰ ਵੀ ਸਕੂਨ ਮਿਲਦਾ ਹੈ ਵੀ ਹਾਂ, ਜਿਹੜਾ ਨਾਇਕ ਹੈ, ਜਿਹੜਾ ਹੀਰੋ ਹੈ, ਉਸਨੂੰ ਉਸਦੀ ਮੰਜ਼ਿਲ ਮਿਲ ਗਈ। ਇਸ ਨਾਲ ਸਰੋਤੇ ਪਾਠਕ ਦੇ ਮਨ ਨੂੰ ਵੀ ਸਕੂਨ ਹਾਸਿਲ ਹੁੰਦਾ ਹੈ। ਕਹਾਣੀ ਦਾ ਅੰਤ ਸੁਖਾਵਾਂ ਹੁੰਦਾ ਹੈ।
ਇਸ ਕਿਸਮ ਦੀਆਂ ਕਹਾਣੀਆਂ ਵਿੱਚ ਕੁਝ ਮਨਾਹੀਆਂ ਵੀ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ, ਭਾਵ ਕਿ ਕੁਝ ਕਾਰਜ ਨਾ ਕਰਨ ਦੀ ਨਸੀਹਤ ਦਿੱਤੀ ਜਾਂਦੀ ਹੈ ਨਾ। ਕਹਾਣੀਆਂ ਜਦੋਂ ਆਪਾਂ ਸੁਣਦੇ ਹਾਂ ਜਾਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਕਿਹਾ ਜਾਂਦਾ ਹੈ ਨਾ ਵੀ ਇਹ ਕੰਮ, ਉਸ ਨੂੰ ਕਿਹਾ ਜਾਂਦਾ ਹੈ ਵੀ ਤੂੰ ਹਾਂ ਉੱਥੇ ਤੱਕ ਪਹੁੰਚ ਜਾਏਗਾ ਪਰ ਤੂੰ ਇਹ ਕੰਮ ਨਹੀਂ ਕਰਨਾ। ਫਿਰ ਉਹ ਪੁੱਛਦਾ ਹੈ ਵੀ ਕਿਉਂ ਨਹੀਂ ਕਰਨਾ, ਉਹ ਕਾਰਨ ਨਹੀਂ ਦੱਸਦੇ ਕਿਉਂ ਨਹੀਂ ਕਰਨਾ। ਉਹ ਕਰਨ ਦਾ ਨਤੀਜਾ ਫਿਰ ਬਹੁਤ ਮਾੜਾ ਹੁੰਦਾ ਹੈ। ਪਰ ਜਦੋਂ ਪਾਤਰ ਮਨਾਹੀਆਂ ਨੂੰ ਤੋੜਦੇ ਹਨ ਤਾਂ ਮੁਸ਼ਕਿਲਾਂ ਸਹਿਣ ਕਰਦੇ ਹਨ। ਪਰੀ ਕਥਾਵਾਂ ਵਿੱਚ ਪਰੀਆਂ ਸਹਿਜਾਦੀਆਂ ਦੀ ਖੂਬਸੂਰਤੀ ਨੂੰ ਰੱਜ ਕੇ ਬਿਆਨ ਕੀਤਾ ਜਾਂਦਾ ਹੈ। ਇਹ ਪਾਤਰ ਆਪਣੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਹਿੰਮਤ ਨਾਲ ਜਿੱਤਦੇ ਜਾਂਦੇ ਹਨ। ਪਰਾ ਸਰੀਰਕ ਸ਼ਕਤੀਆਂ ਵੀ ਪੈਰ ਪੈਰ 'ਤੇ ਇਹਨਾਂ ਪਾਤਰਾਂ ਦੀ ਸਹਾਇਤਾ ਕਰਦੀਆਂ ਹਨ। ਪਰਾ ਸਰੀਰਕ ਸ਼ਕਤੀਆਂ ਮਤਲਬ ਜਿਨ੍ਹਾਂ ਦਾ ਕੋਈ ਸਰੀਰ ਨਹੀਂ ਹੈ, ਉਹ ਸ਼ਕਤੀਆਂ ਨੇ ਜਿਹੜੀਆਂ ਉਹਨਾਂ ਦੀ ਸਹਾਇਤਾ ਕਰਦੀਆਂ ਹਨ। ਅੱਗੇ ਦੇਖੋ, ਪਰੀ ਕਥਾਵਾਂ ਕਿਸੇ ਭਾਸ਼ਾ ਸੱਭਿਆਚਾਰ ਦਾ ਅਨਮੋਲ ਖਜ਼ਾਨਾ ਹੁੰਦੀਆਂ ਨੇ। ਇਹੀ ਕਾਰਨ ਹੈ ਕਿ ਇਹ ਲਗਭਗ ਹਰੇਕ ਭਾਸ਼ਾ ਵਿੱਚ ਉਪਲਬਧ ਹਨ। ਐਵੇਂ ਹੀ ਪੰਜਾਬੀ ਭਾਸ਼ਾ ਵਿੱਚ ਵੀ ਅਨੇਕਾਂ ਪਰੀ ਕਥਾਵਾਂ ਮਿਲਦੀਆਂ ਨੇ। ਇਹਨਾਂ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਖੁਸ਼ਬੂ ਅਨੁਭਵ ਕੀਤੀ ਜਾ ਸਕਦੀ ਹੈ। ਮੌਖਿਕ ਸਾਹਿਤ ਦਾ ਹਿੱਸਾ ਹੋਣ ਕਰਕੇ ਇੱਕੋ ਕਹਾਣੀ ਦੇ ਅਨੇਕਾਂ ਰੂਪ ਮਿਲਦੇ ਹਨ। ਥੋੜ੍ਹਾ ਬਹੁਤਾ ਭਾਸ਼ਾਈ ਵਖਰੇਵਾ ਹੋਣ ਦੇ ਬਾਵਜੂਦ ਵੀ ਇਹਨਾਂ ਦਾ ਉਦੇਸ਼ ਮਨੋਰਥ ਇੱਕ ਵਰਗਾ ਹੀ ਹੁੰਦਾ ਹੈ। ਪਰੀ ਕਥਾ ਲੰਬੀ ਬਿਰਤਾਂਤਕ ਸੰਗਠਨ ਵਾਲੀ ਰਚਨਾ ਹੁੰਦੀ ਹੈ, ਪਰ ਕੁਝ ਪਰੀ ਕਥਾਵਾਂ ਲਘੂ ਬਿਰਤਾਂਤ ਵਾਲੀਆਂ ਵੀ ਹੁੰਦੀਆਂ ਹਨ। ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਸੰਦਲਾ ਪਰੀ, ਅਨਾਰਾ ਸਹਿਜਾਦੀ, ਸਾਹਣੀ ਚਿੜੀ ਪਰੀ ਕਥਾਵਾਂ ਪਾਠ ਪੁਸਤਕ ਵਿੱਚ ਸ਼ਾਮਿਲ ਕੀਤੀਆਂ ਜਾ ਰਹੀਆਂ ਨੇ। ਤੇ ਹੁਣ ਆਪਾਂ ਪੜ੍ਹਾਂਗੇ ਸੰਦਲਾ ਪਰੀ ਬਾਰੇ। ਦੇਖੋ ਪਿਆਰੇ ਬੱਚਿਓ, ਸੰਦਲਾ ਪਰੀ ਬਾਰੇ ਰੀਡ ਕਰ ਰਹੇ ਹਾਂ। ਬਹੁਤ ਸੁੰਦਰ ਕਹਾਣੀ ਹੈ ਇਹ, ਬਹੁਤ ਪਰੀ ਕਥਾ ਬਹੁਤ ਸੋਹਣੀ ਹੈ। ਬਹੁਤ ਪੁਰਾਣੇ ਸਮੇਂ ਦੀ ਗੱਲ ਹੈ। ਦੱਖਣ ਮਤਲਬ ਦਕਸ਼ਿਣ ਦੇਸ਼ ਦੇ ਸੰਘਣੇ ਜੰਗਲਾਂ ਵਿੱਚ, ਜਿੱਥੇ ਭਾਰੀ ਗਿਣਤੀ ਵਿੱਚ ਚੰਦਨ ਦੇ ਰੁੱਖ ਸਨ, ਇੱਕ ਸੰਦਲਾ ਪਰੀ ਰਹਿੰਦੀ ਸੀ। ਉਸ ਦਾ ਘਰ ਵੀ ਇੱਕ ਚੰਦਨ ਦਾ ਰੁੱਖ ਹੀ ਸੀ। ਸੰਦਲਾ ਜਿੱਥੇ ਵੀ ਖੜੀ ਹੋ ਜਾਂਦੀ, ਉਸ ਦਾ ਆਲਾ ਦੁਆਲਾ ਮੀਲਾਂ ਤਿੱਕਰ ਮਹਿਕਾਂ ਨਾਲ ਭਰ ਜਾਂਦਾ ਸੀ। ਉਹ ਡਰਦੀ ਜੰਗਲ 'ਚੋਂ ਬਾਹਰ ਨਹੀਂ ਸੀ ਆਉਂਦੀ, ਕਿਉਂਕਿ ਉਹ ਡਰਦੀ ਸੀ ਕਿ ਉਸ ਨੂੰ ਵੀ ਉਸਦੀ ਮਾਂ ਦੇ ਵਾਂਗ ਕੋਈ ਜ਼ਾਲਮ ਸੱਪ ਉਧਾਲ ਕੇ ਮਤਲਬ ਭਜਾ ਕੇ ਦੂਰ ਦੁਰਾਂਡੇ ਨਾ ਲੈ ਜਾਵੇ। ਸੰਦਲਾ ਬਹੁਤ ਡਰਦੀ ਸੀ। ਕਿਉਂ ਡਰਦੀ ਸੀ? ਕਿਉਂਕਿ ਸ਼ਾਇਦ ਉਸਦੀ ਮਾਂ ਨੂੰ ਕੋਈ ਜ਼ਾਲਮ ਸੱਪ ਸੀਗਾ ਜਿਹੜਾ ਉਹ ਲੈ ਗਿਆ ਸੀ। ਸੰਦਲਾ ਦੀ ਮਾਂ ਦੀ ਉਂਗ ਸੁੰਗ ਨਹੀਂ ਸੀ। ਉਂਗ ਸੁੰਗ ਮਤਲਬ ਪਤਾ ਹੀ ਨਹੀਂ ਚੱਲਿਆ ਵੀ ਉਸਦੀ ਮਾਂ ਕਿੱਥੇ ਚਲੀ ਗਈ। ਸੰਦਲਾ ਪਰੀ ਸੁੰਦਰਤਾ ਅਤੇ ਮਹਿਕ ਦਾ ਸੁਮੇਲ ਸੀ। ਸੰਦਲਾ ਪਰੀ ਸੁੰਦਰਤਾ ਅਤੇ ਮਹਿਕ ਦਾ ਸੁਮੇਲ ਸੀ। ਚਾਰੇ ਪਾਸੇ ਉਸਦੀ ਪ੍ਰਸਿੱਧੀ ਫੈਲ ਗਈ। ਅਨੇਕਾਂ ਸਹਿਜਾਦਿਆਂ ਨੇ ਸੰਦਲਾ ਨੂੰ ਲੱਭਣ ਦੀ ਵਾਹ ਲਾਈ, ਕੋਸ਼ਿਸ਼ ਕੀਤੀ, ਪਰ ਕੋਈ ਵੀ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕਿਆ। ਸਿਆਲਕੋਟ ਨਗਰ ਵਿੱਚ ਇੱਕ ਸਹਿਜਾਦਾ ਰਹਿੰਦਾ ਸੀ, ਜਿਸ ਨੂੰ ਰਾਜੇ ਸਲਵਾਨ ਦੀ ਕੁੱਲ ਵਿੱਚੋਂ ਮੰਨਿਆ ਜਾਂਦਾ ਸੀ। ਦੇਖੋ ਹੁਣ ਸਿਆਲਕੋਟ ਨਗਰ ਦੱਸਿਆ ਹੈ ਤੇ ਸਿਆਲਕੋਟ ਦਾ ਰਾਜਾ ਸੀਗਾ ਸਲਵਾਨ। ਇਹ ਸਲਵਾਨ ਦੇ ਵੰਸ਼ ਦਾ ਸੀਗਾ ਕੋਈ ਸਹਿਜਾਦਾ ਸੀਗਾ, ਜੋ ਕਿ ਰਾਜਾ ਸਲਵਾਨ ਦਾ ਵੰਸ਼ਜ ਸੀਗਾ। ਕੋਈ ਸਹਿਜਾਦੇ ਦਾ ਨਾਂ ਸੀਗਾ ਭਵਰਾ। ਭਵਰੇ ਦੇ 6 ਭਾਈ ਸਨ, 6 ਭਰਾ ਸੀਗੇ ਭਵਰੇ ਹੋਰੀ, ਜਿਨ੍ਹਾਂ ਦੀ ਘਰ ਗ੍ਰਸਤੀ ਵਸੀ ਹੋਈ ਸੀ। ਭਵਰੇ ਲਈ ਬਹੁਤ ਸਾਰੇ ਰਿਸ਼ਤੇ ਆਏ, ਪਰ ਕੋਈ ਵੀ ਲੜਕੀ ਉਸ ਨੂੰ ਪਸੰਦ ਨਹੀਂ ਆਈ। ਭਵਰਾ ਅਜਿਹੀ ਮੁਟਿਆਰ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਜੋ ਮਹਿਕ ਨਾਲ ਲੱਦੀ ਹੋਵੇ, ਮਤਲਬ ਜਿਸ ਵਿੱਚ ਖੁਸ਼ਬੂ ਆਉਂਦੀ ਹੋਵੇ। ਇੱਕ ਦਿਨ ਭਵਰੇ ਨੇ ਵੱਡੀ ਭਰਜਾਈ ਤੋਂ ਰੋਟੀ ਮੰਗੀ ਤੇ ਉਸਨੇ ਕੋਰਾ ਜਵਾਬ ਦੇ ਦਿੱਤਾ ਕਿ ਉਹ ਉਸਦੀ ਟਹਿਲ ਸੇਵਾ ਨਹੀਂ ਕਰ ਸਕਦੀ। ਬਾਕੀ 5 ਭਰਜਾਈਆਂ ਦਾ ਵੀ 2 ਟੂਕ ਜਵਾਬ ਸੀ। ਸਭ ਤੋਂ ਛੋਟੀ ਨੇ ਤਾਂ ਹੱਦ ਹੀ ਕਰ ਦਿੱਤੀ। ਜਦ ਉਸਨੇ ਭਵਰੇ ਨੂੰ ਤਾਨਾ ਮਾਰਿਆ ਕਿ ਜੇ ਤੇਰੇ ਕੋਈ ਲੜਕੀ ਪਸੰਦ ਨਹੀਂ ਆਉਂਦੀ ਤਾਂ ਦੂਰ ਦੁਰਾਡੇ ਦੱਖਣ ਦੇਸ਼ ਵਿੱਚ ਵਸਦੀ ਸੰਦਲਾ ਵਿਆਹ ਲਿਆ, ਜਿਹੜੀ ਗੁਣਾ ਅਤੇ ਖੂਬਸੂਰਤੀ ਦੀ ਮਿਸਾਲ ਹੈ। ਭਵਰੇ ਨੇ ਜਦ ਭਰਜਾਈ ਤੋਂ ਉਸਦਾ ਠਿਕਾਣਾ ਪੁੱਛਿਆ ਤੇ ਉਸ ਇੰਨਾ ਹੀ ਕਿਹਾ ਕਿ ਕਿਸੇ ਦਰਖਤ ਵਿੱਚ ਉਸਦਾ ਵਾਸ ਹੈ। ਭਵਰੇ ਨੇ ਭਰਜਾਈ ਦੇ ਮਹਿਣੇ ਨੂੰ ਦਿਲ ਤੇ ਲਾ ਲਿਆ ਤੇ ਉਹ ਘੋੜੇ ਤੇ ਸਵਾਰ ਹੋ ਕੇ ਦਿਨ ਰਾਤ ਆਪਣੀ ਮੰਜ਼ਿਲ ਵੱਲ ਵਧਣ ਲੱਗਿਆ। ਕਈ ਦਿਨਾਂ ਦੇ ਸਫ਼ਰ ਮਗਰੋਂ ਭਵਰੇ ਨੂੰ ਜੰਗਲਾਂ ਵਿੱਚ ਸਮਾਧੀ 'ਚ ਲੀਨ ਜੋਗੀ ਮਿਲਿਆ। ਮਤਲਬ ਭਵਰੇ ਨੇ ਕਈ ਦਿਨ ਉਹ ਘੋੜੇ 'ਤੇ ਸਵਾਰ ਹੋ ਕੇ ਉਹ ਚੱਲਦਾ ਰਿਹਾ। ਫਿਰ ਇੱਕ ਦਿਨ ਉਸਨੂੰ ਕੀ ਹੈ, ਜੰਗਲ ਵਿੱਚ ਕੋਈ ਸਮਾਧੀ ਵਿੱਚ ਲੀਨ ਜੋਗੀ ਮਿਲਿਆ। ਇੱਕ ਜ਼ਹਿਰੀਲਾ ਸੱਪ ਤੇਜ਼ੀ ਨਾਲ ਜੋਗੀ ਵੱਲ ਵਧਿਆ।
ਇਸ ਤੋਂ ਪਹਿਲਾਂ ਕਿ ਉਹ ਜੋਗੀ ਨੂੰ ਦੱਸਦਾ, ਭੰਵਰੇ ਨੇ ਆਪਣੀ ਤਲਵਾਰ ਨਾਲ ਉਸ ਨੂੰ ਜ਼ਖਮੀ ਕਰ ਦਿੱਤਾ। ਉਹ ਸੱਪ ਬੇਹੋਸ਼ ਹੋ ਗਿਆ। ਜਦੋਂ ਜੋਗੀ ਦੀ ਸਮਾਧੀ ਖੁੱਲੀ ਤਾਂ ਉਹ ਸੱਪ ਨੂੰ ਬੇਸੁਰਤ ਦੇਖ ਕੇ ਹੈਰਾਨ ਹੋ ਗਿਆ। ਜੋਗੀ ਨੇ ਭੰਵਰੇ ਨੂੰ ਸਵਾਲ ਕੀਤਾ ਕਿ ਉਹ ਕੌਣ ਹੈ, ਉਸਨੇ ਸੱਪ ਨੂੰ ਕਿਉਂ ਮਾਰਿਆ। ਭੰਵਰੇ ਨੇ ਜਵਾਬ ਦਿੱਤਾ, ਮਹਾਰਾਜ ਮੈਂ ਸਿਆਲਕੋਟ ਦਾ ਸ਼ਹਿਜ਼ਾਦਾ ਭੰਵਰਾ ਹਾਂ। ਉਸਨੇ ਦੱਸਿਆ ਕਿ ਜੇ ਮੈਂ ਸੱਪ ਨੂੰ ਨਾ ਮਾਰਦਾ ਤੇ ਇਸਨੇ ਤੁਹਾਨੂੰ ਡਸ ਲੈਣਾ ਸੀ। ਜੋਗੀ ਨੇ ਭੰਵਰੇ ਨੂੰ ਸੱਚਾਈ ਦੱਸੀ ਕਿ ਇਹ ਸੱਪ ਮੈਨੂੰ ਡੰਗ ਮਾਰਨ ਨਹੀਂ ਬਲਕਿ ਮੇਰੇ ਚਰਨ ਛੂਹਣ ਆਉਂਦਾ ਹੈ, ਕਿਉਂਕਿ ਇਹ ਮੇਰਾ ਸਰਦਾਲੂ ਹੈ। ਨੈਕਸਟ ਦੇਖੋ ਬੱਚਿਓ, ਜੋਗੀ ਨੇ ਜੋ ਹੀ ਸੱਪ ਦੀ ਪਿੱਠ ਤੇ ਹੱਥ ਫੇਰਿਆ ਉਸਨੂੰ ਹੋਸ਼ ਆ ਗਈ। ਸੱਪ ਨੇ ਭੰਵਰੇ ਨੂੰ ਆਖਿਆ, ਤੂੰ ਮੇਰੀ ਸਰਦਾ ਦੀ ਹੱਤਕ ਕੀਤੀ ਏ, ਵੀ ਤੂੰ ਮੇਰੀ ਸਰਦਾ ਦੀ ਬੇਇੱਜ਼ਤੀ ਕੀਤੀ ਹੈ, ਮੈਂ ਇਸ ਦਾ ਤੇਥੋਂ ਬਦਲਾ ਲਵਾਂਗਾ। ਇਹ ਕਹਿੰਦੇ ਸਾਰੀ ਸੱਪ ਆਪਣੇ ਰਾਹ ਪੈ ਗਿਆ। ਭੰਵਰਾ ਹੈਰਾਨ ਸੀ ਕਿ ਸੱਪ ਮਨੁੱਖਾਂ ਵਾਂਗ ਬੋਲਦਾ ਤੇ ਘੂਰਦਾ ਸੀ। ਜੋਗੀ ਨੇ ਭੰਵਰੇ ਨੂੰ ਦੱਸਿਆ ਕਿ ਜਿਹੜਾ ਸੱਪ 100 ਸਾਲ ਦੀ ਉਮਰ ਭੋਗ ਲਵੇ ਉਹ ਕੋਈ ਵੀ ਰੂਪ ਧਾਰ ਸਕਦਾ ਹੈ। ਤੈਨੂੰ ਇਸ ਛਲੇਡੇ ਤੋਂ ਬਚਣਾ ਚਾਹੀਦਾ ਹੈ। ਛਲੇਡਾ ਮਤਲਬ ਛਲ ਕਪਟ ਕਰਨ ਵਾਲਾ ਜੋ ਰੂਪ ਧਾਰ ਸਕਦਾ ਹੈ। ਪਰ ਤੂੰ ਫਿਕਰ ਨਾ ਕਰ, ਮੈਂ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਜੋਗੀ ਨੇ ਭੰਵਰੇ ਨੂੰ ਸੰਘਣੇ ਜੰਗਲ 'ਚ ਆਉਣ ਦਾ ਕਾਰਨ ਪੁੱਛਿਆ। ਬੇਟਾ ਤੂੰ ਕਿੱਧਰ ਜਾ ਰਿਹਾ ਹੈ? ਮਹਾਰਾਜ ਮੈਂ ਸੰਦਲਾ ਦੀ ਤਲਾਸ਼ 'ਚ ਆਇਆ ਹਾਂ, ਉਹ ਚੰਦਨ ਦੇ ਇੱਕ ਰੁੱਖ ਵਿੱਚ ਛੁਪ ਕੇ ਬੈਠੀ ਹੈ। ਜੋਗੀ ਨੇ ਭੰਵਰੇ ਨੂੰ ਦੱਸਿਆ ਕਿ ਦੱਖਣ ਦੇ ਜੰਗਲ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਦਰਖਤ ਹਨ। ਤੇਰੇ ਤੋਂ ਪਹਿਲਾਂ ਵੀ ਕਈ ਰਾਜਕੁਮਾਰ ਆਏ ਪਰ ਉਹਨਾਂ ਦੇ ਹੱਥ ਨਿਰਾਸ਼ਾ ਹੀ ਲੱਗੀ। ਤੂੰ ਕਿਵੇਂ ਸੰਦਲਾ ਵਾਲਾ ਰੁੱਖ ਪਛਾਣੇਗਾ? ਪਰ ਭੰਵਰਾ ਕਹਿਣ ਲੱਗਿਆ, ਮੈਂ ਮਹਾਰਾਜ ਪੱਕੀ ਧਾਰ ਕੇ ਆਇਆ ਹਾਂ ਕਿ ਮੈਂ ਸੰਦਲਾ ਨੂੰ ਪਾਉਣ ਲਈ ਜਾਨ ਦੀ ਬਾਜੀ ਲਾ ਦੇਵਾਂਗਾ। ਮੇਰੇ ਜੀਵਨ ਦਾ ਇੱਕੋ ਇੱਕ ਮਕਸਦ ਹੈ ਸੰਦਲਾ ਨੂੰ ਖੋਜਣਾ। ਮੈਂ ਹਰ ਦਰਖਤ ਚੀਰ ਕੇ ਸੰਦਲਾ ਨੂੰ ਤਲਾਸ਼ ਲਵਾਂਗਾ। ਜੋਗੀ ਨੇ ਆਖਿਆ ਕਿ ਇੱਕ ਇੱਕ ਰੁੱਖ ਚੀਰਨ ਨਾਲ ਤਾਂ ਸਾਰਾ ਜੰਗਲ ਬਰਬਾਦ ਹੋ ਜਾਏਗਾ। ਫਿਰ ਕੀ ਹੋਇਆ ਕਿ ਜੋਗੀ ਨੇ ਭੰਵਰੇ ਨੂੰ ਇੱਕ ਕੋਡੀ ਦਿੱਤੀ। ਇੱਕ ਕੋਡੀ ਹੁੰਦੀ ਹੈ, ਕੋਡੀ ਤੁਸੀਂ ਦੇਖੀ ਹੋਣੀ ਹੈ ਕਿ ਕੋਡੀ ਦਿੱਤੀ ਤੇ ਕਿਹਾ ਕਿ ਇਹ ਕੋਡੀ ਹਰੇਕ ਚੰਦਨ ਦੇ ਦਰਖਤ ਨੂੰ ਛੁਹਾਂਦਾ ਜਾਈਂ। ਜਿਸ ਰੁੱਖ ਵਿੱਚ ਸੰਦਲਾ ਹੋਈ ਤੈਨੂੰ ਕੋਡੀ 'ਚੋਂ ਨਜ਼ਰ ਆ ਜਾਏਗੀ। ਜੋਗੀ ਨੇ ਕੋਡੀ ਦੀ ਇੱਕ ਹੋਰ ਵੀ ਕਰਾਮਾਤ ਦੱਸੀ ਕਿ ਇਸ ਦੀ ਮੌਜੂਦਗੀ 'ਚ ਕੋਈ ਸੱਪ ਤੈਨੂੰ ਡਸ ਨਹੀਂ ਸਕਦਾ। ਜੋਗੀ ਤੋਂ ਆਸ਼ੀਰਵਾਦ ਲੈ ਕੇ ਭੰਵਰਾ ਦੱਖਣ ਦੇਸ਼ ਦੇ ਜੰਗਲਾਂ ਵਿੱਚ ਪਹੁੰਚ ਗਿਆ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਚੰਦਨ ਦੇ ਰੁੱਖ ਵੇਖ ਕੇ ਘਬਰਾ ਗਿਆ। ਉਸਨੇ ਕੋਡੀ ਦੀ ਮਦਦ ਨਾਲ ਆਪਣਾ ਕਾਰਜ ਆਰੰਭ ਕੀਤਾ। ਉਸਨੇ ਸਾਰਾ ਦਿਨ ਕੋਡੀ ਲਗਾ ਕੇ ਚੰਦਨ ਦੇ ਰੁੱਖ ਵੇਖੇ ਪਰ ਉਸਨੂੰ ਸਫਲਤਾ ਨਾ ਮਿਲੀ। ਦਰਅਸਲ ਉਸਨੇ ਉਤਾਵਲੇਪਨ ਵਿੱਚ ਕੁਝ ਰੁੱਖ ਛੱਡ ਦਿੱਤੇ। ਉਹਨਾਂ 'ਚੋਂ ਹੀ ਇੱਕ ਰੁੱਖ ਸੰਦਲਾ ਦਾ ਬਸੇਰਾ ਸੀ। ਦੂਜੀ ਵਾਰ ਵੀ ਭੰਵਰੇ ਨੇ ਸਿਰ ਤੋੜ ਯਤਨ ਕੀਤਾ ਪਰ ਕਾਮਯਾਬ ਨਾ ਹੋਇਆ, ਕਿਉਂਕਿ ਜਲਦੀ ਵਿੱਚ ਉਸਨੇ ਕੀ ਹੈ, ਕੋਈ ਗੰਦੇ ਪੰਦੇ ਟੇਢੇ ਮੇਢੇ ਰੁੱਖ ਸੀਗੇ ਜਿਹੜੇ ਉਹ ਛੱਡ ਦਿੱਤੇ ਸੀਗੇ ਵੀ ਇਹਨਾਂ ਵਿੱਚ ਤਾਂ ਇੰਨੀ ਸੋਹਣੀ ਸੰਦਲਾ ਹੋ ਹੀ ਨਹੀਂ ਸਕਦੀ, ਤੇ ਉਹਨਾਂ ਵਿੱਚੋਂ ਕਿਸੇ ਇੱਕ ਰੁੱਖ ਵਿੱਚ ਸੰਦਲਾ ਸੀ। ਤੀਸਰੀ ਵਾਰ ਭੰਵਰੇ ਨੇ ਆਪਣੀ ਮੰਜ਼ਿਲ ਨੂੰ ਪਾਉਣ ਦੀ ਮੁਹਿੰਮ ਸੁਚੱਜੇ ਤਰੀਕੇ ਨਾਲ ਆਰੰਭ ਕੀਤੀ। ਮਤਲਬ ਹੁਣ ਆਪਣੀ ਜਿਹੜੀ ਮੁਹਿੰਮ ਸੀਗੀ ਨਾ ਉਹ ਢੰਗ ਨਾਲ ਕੀਤੀ। ਉਹ ਜਿਸ ਰੁੱਖ 'ਤੇ ਕੋਡੀ ਰੱਖਦਾ ਨਿਸ਼ਾਨੀ ਵਜੋਂ ਉਸ ਰੁੱਖ ਉੱਤੇ ਕਾਂਟਾ ਮਾਰ ਦਿੰਦਾ, ਕੱਟ ਦਾ ਨਿਸ਼ਾਨ ਕਾਂਟਾ ਲਗਾ ਦਿੰਦਾ। ਇਸ ਤਰ੍ਹਾਂ ਕਰਦਾ ਇੱਕ ਸਧਾਰਨ ਤੇ ਬੇਢੱਬੇ ਰੁੱਖ ਕੋਲ ਆਇਆ। ਇੱਕ ਸਧਾਰਨ ਜਿਹਾ ਸਿੰਪਲ ਜਿਹਾ ਗੰਦਾ ਜਿਹਾ ਰੁੱਖ ਸੀਗਾ ਉਸ ਕੋਲ ਆਇਆ ਜੋ ਪਹਿਲਾਂ ਉਸ ਦੀਆਂ ਨਜ਼ਰਾਂ ਤੋਂ ਬਚ ਗਿਆ ਸੀ। ਭੰਵਰੇ ਦਾ ਇਹ ਮੰਨਣਾ ਸੀ ਕਿ ਇੱਦਾਂ ਦੇ ਵਿੰਗੇ ਟੇਢੇ ਰੁੱਖ ਵਿੱਚ ਉਸਦੇ ਸੁਪਨਿਆਂ ਦੀ ਮਲਕਾ ਨਹੀਂ ਹੋ ਸਕਦੀ, ਪਰ ਉਸਦਾ ਅੰਦਾਜ਼ਾ ਗਲਤ ਸੀ। ਜਦ ਹੀ ਉਸਨੇ ਉਸ ਰੁੱਖ ਉੱਪਰ ਕੋਡੀ ਰੱਖੀ ਤਾਂ ਸੁੰਦਰ ਪਰੀ ਵਰਗੀ ਜਵਾਨ ਲੜਕੀ ਨਜ਼ਰ ਆਈ। ਸੰਦਲੀ ਲਿਬਾਸ ਵਿੱਚ ਸਜੀ ਹੋਈ ਸੰਦਲਾ ਆਪਣੇ ਕੇਸ ਵਾਹ ਰਹੀ ਸੀ। ਇਸ ਦੌਰਾਨ ਦੋਵਾਂ ਦੀ ਨਜ਼ਰ ਇੱਕ ਦੂਸਰੇ ਉੱਪਰ ਪੈ ਗਈ। ਕੁਝ ਪਲ ਬਿਨਾਂ ਪਲਕ ਝਪਕੇ ਉਹ ਇੱਕ ਦੂਸਰੇ ਨੂੰ ਵੇਖਦੇ ਰਹੇ। ਸੰਦਲਾ ਤੇ ਭੰਵਰਾ ਬਹੁਤ ਦੇਰ ਮਿੱਠੀਆਂ ਗੱਲਾਂ ਕਰਦੇ ਰਹੇ। ਦੋਵੇਂ ਮਨ ਵਿੱਚ ਵਿਚਾਰ ਰਹੇ ਸਨ ਕਿ ਉਹਨਾਂ ਨੂੰ ਆਪਣੀ ਮੰਜ਼ਿਲ ਪ੍ਰਾਪਤ ਹੋ ਗਈ ਹੈ। ਅਚਾਨਕ ਸੰਦਲਾ ਦੇਖਦੀ ਹੈ ਕਿ ਇੱਕ ਸੱਪ ਵਾਹੋਦਾ ਹੀ ਭੰਵਰੇ ਨੂੰ ਡਸਣ ਲਈ ਅੱਗੇ ਵਧ ਰਿਹਾ ਹੈ। ਸੰਦਲਾ ਨੇ ਭੰਵਰੇ ਨੂੰ ਸੁਚੇਤ ਕੀਤਾ। ਜਦ ਭੰਵਰੇ ਨੇ ਤਲਵਾਰ ਸੂੰਤ ਲਈ ਤਾਂ ਸੱਪ ਰੂਪੋਸ਼ ਹੋ ਗਿਆ। ਹੁਣ ਸੰਦਲਾ ਦਰਖਤ ਵਿੱਚੋਂ ਬਾਹਰ ਆ ਚੁੱਕੀ ਸੀ। ਉਸਨੇ ਭੰਵਰੇ ਨੂੰ ਦੱਸਿਆ ਕਿ ਤੈਨੂੰ ਸੱਪ ਤੋਂ ਬਚਾਉਣ ਲਈ ਮੈਨੂੰ ਇਸ ਰੁੱਖ ਤੋਂ ਬਾਹਰ ਆਉਣਾ ਪਿਆ। ਭੰਵਰੇ ਨੇ ਜੋਗੀ ਦੁਆਰਾ ਦਿੱਤੀ ਕੋਡੀ ਦੀ ਕਰਾਮਾਤ ਬਾਰੇ ਸੰਦਲਾ ਨੂੰ ਦੱਸਿਆ ਕਿ ਜਿੰਨੀ ਦੇਰ ਇਹ ਕੋਡੀ ਮੇਰੇ ਕੋਲ ਹੈ ਕੋਈ ਵੀ ਸੱਪ ਮੇਰਾ ਕੁਝ ਨਹੀਂ ਵਿਗਾੜ ਸਕਦਾ। ਵਸਲ ਦੀਆਂ ਮਤਲਬ ਪਿਆਰ ਪ੍ਰੀਤ ਦੀਆਂ ਕੜੀਆਂ
ਥੋੜ੍ਹੀਆਂ ਹੀ ਬੀਤਦੀਆਂ ਹਨ ਕਿ ਇੱਕ ਗੱਭਰੂ ਅਚਾਨਕ ਦਰਖਤ ਓਹਲਿਓਂ ਨਿਕਲਦਾ ਹੈ ਤੇ ਸੰਦਲਾ ਨੂੰ ਘੋੜੇ ਤੇ ਬਿਠਾ ਕੇ ਪਲਾਂ ਛਿਨਾਂ ਵਿੱਚ ਗਾਇਬ ਹੋ ਜਾਂਦਾ ਹੈ। ਇਹ ਗੱਭਰੂ ਅਸਲ ਵਿੱਚ ਹੋਰ ਕੋਈ ਨਹੀਂ, ਉਹ ਛਲੇਡਾ ਸੱਪ ਹੀ ਸੀਗਾ ਜਿਸ ਨੇ ਉਸਨੂੰ ਕਿਹਾ ਸੀਗਾ ਨਾ ਵੀ ਮੈਂ ਤੇਥੋਂ, ਤੂੰ ਮੇਰੀ ਹੱਤਕ ਕੀਤੀ ਹੈ ਮੇਰੀ ਸਰਦਾ ਦੀ, ਮੈਂ ਤੇਥੋਂ ਬੇਇੱਜ਼ਤੀ ਦਾ ਬਦਲਾ ਲਵਾਂਗਾ। ਇਹ ਉਹੀ ਸੱਪ ਸੀਗਾ। ਇਹ ਸੱਪਾਂ ਦਾ ਰਾਜਾ ਸੀ ਜੋ ਸੰਦਲਾ ਦੇ ਹੁਸਨ ਦਾ ਕਾਇਲ ਹੋ ਕੇ ਉਸਨੂੰ ਬੰਦੀ ਬਣਾ ਕੇ ਲੈ ਗਿਆ। ਭੰਵਰਾ ਫਿਰ ਪਾਗਲਾਂ ਵਾਂਗ ਸੰਦਲਾ ਦੀ ਤਲਾਸ਼ ਕਰਦਾ ਹੈ ਪਰ ਉਸਨੂੰ ਸਫਲਤਾ ਨਹੀਂ ਮਿਲਦੀ। ਉਧਰ ਸੰਦਲਾ ਸੱਪਾਂ ਦੇ ਰਾਜੇ ਦੀਆਂ ਮਿੰਨਤਾਂ ਕਰਦੀ ਹੈ ਕਿ ਮੈਨੂੰ ਮੇਰੇ ਸੁਪਨਿਆਂ ਦੇ ਰਾਜਕੁਮਾਰ ਕੋਲੋਂ ਦੂਰ ਕਰਕੇ ਤੂੰ ਬੜਾ ਭਾਰੀ ਪਾਪ ਕੀਤਾ ਹੈ, ਇਸ ਲਈ ਮੈਨੂੰ ਭੰਵਰੇ ਕੋਲ ਵਾਪਸ ਛੱਡ ਆਵੇ। ਸੱਪ ਸੰਦਲਾ ਨੂੰ ਰਾਣੀ ਬਣਾ ਕੇ ਰੱਖਣ ਦੀਆਂ ਗੱਲਾਂ ਕਰਦਾ ਹੈ ਜਿਸ ਦਾ ਉਸ ਉੱਪਰ ਕੋਈ ਅਸਰ ਨਹੀਂ ਹੁੰਦਾ। ਛਲੇਡਾ ਸੱਪ ਉਸਨੂੰ ਧਮਕੀ ਦਿੰਦਾ ਹੈ ਕਿ ਜੇ ਤੂੰ ਪਿਆਰ ਨਾਲ ਨਾ ਮੰਨੀ ਤਾਂ ਮੈਂ ਤੈਨੂੰ ਜ਼ਬਰਦਸਤੀ ਆਪਣੇ ਘਰ ਵਸਾ ਲਵਾਂਗਾ। ਸੰਦਲਾ ਛਲੇਡੇ ਸੱਪ ਦਾ ਜਵਾਬ ਸੁਣ ਕੇ ਗੁੱਸੇ ਵਿੱਚ ਆ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੈਨੂੰ ਦੁਨੀਆ ਦੀ ਕੋਈ ਤਾਕਤ ਭੰਵਰੇ ਤੋਂ ਵੱਖ ਨਹੀਂ ਕਰ ਸਕਦੀ, ਇਸ ਲਈ ਮੈਂ ਜਾ ਰਹੀ ਹਾਂ। ਅੱਖ ਝਪਕਣ ਜਿੰਨੇ ਸਮੇਂ ਵਿੱਚ ਸੰਦਲਾ ਗਾਇਬ ਹੋ ਜਾਂਦੀ ਹੈ। ਪੂਰੇ ਜੰਗਲ ਵਿੱਚ ਮਹਿਕ ਤੇ ਖੁਸ਼ਬੂ ਬਣ ਕੇ ਪਸਰ ਜਾਂਦੀ ਹੈ। ਸਿਰਫ ਉਸਦੀ ਪਰਛਾਈ ਛਲੇਡੇ ਸੱਪ ਪਾਸ ਰਹਿ ਗਈ ਜਿਸ ਤੋਂ ਬੇਚੈਨ ਹੋ ਕੇ ਇੱਧਰ ਉੱਧਰ ਉਹ ਭਟਕਣ ਲੱਗਾ। 2 ਦਿਨਾਂ ਵਿੱਚ ਛਲੇਡੇ ਸੱਪ ਨੇ ਅਨੇਕਾਂ ਜੂਨਾਂ ਬਦਲੀਆਂ ਪਰ ਉਸਨੂੰ ਸੰਦਲਾ ਨਾ ਮਿਲੀ। ਮਰਨ ਵੇਲੇ ਉਹ ਆਪਣੀ ਅਸਲੀ ਸੱਪ ਵਾਲੀ ਜੂਨ ਵਿੱਚ ਸੀ। ਉਸਨੇ ਦਰਖਤਾਂ ਨਾਲ ਸਿਰ ਮਾਰ ਮਾਰ ਕੇ ਆਪਣੀ ਜਾਨ ਵਾਰ ਦਿੱਤੀ। ਭੰਵਰਾ ਉਸੇ ਹੀ ਜਗ੍ਹਾ ਤੇ ਇੱਧਰ ਭੰਵਰਾ ਸੀਗਾ ਜਿਹੜਾ ਉਹ ਉਸੇ ਹੀ ਜਗ੍ਹਾ ਨਿਰਾਸ਼ ਭੁੱਖਾ ਭਾਣਾ ਕਈ ਦਿਨ ਗੁਜ਼ਾਰ ਰਿਹਾ ਹੁੰਦਾ ਹੈ। ਸੱਪ ਵੀ ਉਸਨੂੰ ਘੇਰਾ ਕੱਤ ਕੇ ਡੱਸਣ ਲਈ ਬੈਠੇ ਸਨ ਪਰ ਕੋਡੀ ਦੀ ਕਰਾਮਾਤ ਕਾਰਨ ਆਪਣੇ ਇਰਾਦੇ ਵਿੱਚ ਕਾਮਯਾਬ ਨਹੀਂ ਹੋ ਰਹੇ ਸਨ। ਉੱਥੇ ਸੱਪ ਬਹੁਤ ਸੀਗੇ ਕਿਉਂਕਿ ਕਹਿੰਦੇ ਆ ਕਿ ਚੰਦਨ ਦੇ ਜਿਹੜੇ ਰੁੱਖ ਹੁੰਦੇ ਆ ਉਹਨਾਂ ਉੱਤੇ ਸੱਪ ਰਹਿੰਦੇ ਆ। ਅਚਾਨਕ ਇੱਕ ਬੁੱਢੇ ਸੱਪ ਨੂੰ ਭੰਵਰੇ ਉੱਪਰ ਤਰਸ ਆ ਜਾਂਦਾ ਹੈ। ਉਸ ਤੋਂ ਭੰਵਰੇ ਦੀ ਤਰਸਯੋਗ ਹਾਲਤ ਬਰਦਾਸ਼ਤ ਨਹੀਂ ਹੁੰਦੀ। ਉਹ ਭੰਵਰੇ ਨੂੰ ਸੱਪਾਂ ਦੇ ਰਾਜੇ ਛਲੇਡੇ ਦੇ ਦੇਸ਼ ਦੀ ਜਾਣਕਾਰੀ ਦਿੰਦਾ ਹੈ। ਭੰਵਰਾ ਦਿਨ ਰਾਤ ਸਫ਼ਰ ਕਰਦਾ ਹੈ। ਉਸਦੇ ਦੇਸ਼ ਉਸਦੇ ਜੰਗਲ ਵਿੱਚ ਪਹੁੰਚ ਜਾਂਦਾ ਹੈ। ਜੰਗਲ ਦੀ ਮਹਿਕ ਤੋਂ ਉਸਦਾ ਯਕੀਨ ਬਚ ਜਾਂਦਾ ਹੈ ਕਿ ਸੰਦਲਾ ਇੱਥੇ ਹੀ ਹੈ ਪਰ ਜਿਹੜੇ ਵੀ ਦਰਖਤ 'ਤੇ ਕੋਡੀ ਲਾ ਕੇ ਦੇਖਦਾ ਉਸਨੂੰ ਸੰਦਲਾ ਦਾ ਪੂਰਾ ਰੂਪ ਨਜ਼ਰ ਆਉਣ ਦੀ ਬਜਾਏ ਉਸਦਾ ਕੋਈ ਇੱਕ ਹੀ ਅੰਗ ਨਜ਼ਰ ਆਉਂਦਾ ਹੈ। ਭੰਵਰੇ ਨੂੰ ਇੱਕ ਤਰਕੀਬ ਸੂਝਦੀ ਹੈ। ਉਹ ਅਲੱਗ ਦਰਖਤਾਂ ਦੀਆਂ ਟਾਹਣੀਆਂ ਪੱਤੇ ਇੱਕ ਥਾਂ ਇਕੱਠੇ ਕਰਕੇ ਜਦ ਕੋਡੀ ਲਾਉਂਦਾ ਹੈ ਤਾਂ ਸਾਖਸ਼ਾਤ ਰੂਪ 'ਚ ਸੰਦਲਾ ਪ੍ਰਗਟ ਹੋ ਜਾਂਦੀ ਹੈ। ਭੰਵਰੇ ਦੀ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀਂ ਰਹਿੰਦਾ। ਸੰਦਲਾ ਵੀ ਰਾਜਕੁਮਾਰ ਨੂੰ ਪ੍ਰਾਪਤ ਕਰਕੇ ਧਨ ਹੋ ਜਾਂਦੀ ਹੈ। ਭੰਵਰਾ ਸੰਦਲਾ ਨਾਲ ਸ਼ਾਦੀ ਕਰਕੇ ਆਪਣੇ ਦੇਸ਼ ਪਹੁੰਚਦਾ ਹੈ ਤਾਂ ਪ੍ਰਜਾ ਅਤੇ ਪਰਿਵਾਰ ਵਾਲੇ ਖੁਸ਼ ਹੁੰਦੇ ਨੇ। ਲੋਕਾਂ ਦੀ ਧਾਰਨਾ ਹੈ ਕਿ ਭੰਵਰਾ ਅਤੇ ਸੰਦਲਾ ਹਰ ਯੁੱਗ ਵਿੱਚ ਕਿਸੇ ਨਾ ਕਿਸੇ ਜੂਨ ਵਿੱਚ ਆਉਂਦੇ ਹਨ, ਮਿਲਦੇ ਹਨ, ਵਿਛੜ ਜਾਂਦੇ ਨੇ ਪਰ ਉਹਨਾਂ ਦੇ ਪਿਆਰ ਦੀ ਕਰਾਮਾਤ ਉਹਨਾਂ ਨੂੰ ਦੁਬਾਰਾ ਫਿਰ ਮਿਲਾ ਦਿੰਦੀ ਹੈ। ਚੈਪਟਰ ਕੰਪਲੀਟ ਹੋਇਆ ਬੱਚਿਓ। ਹੁਣ ਅੱਗੇ ਆਪਾਂ ਕਰਾਂਗੇ ਕੁਐਸਚਨ ਆਨਸਰ ਇਸ ਦੇ। ਸਭ ਤੋਂ ਪਹਿਲਾ ਕੁਐਸਚਨ ਹੈ ਪਰੀ ਦਾ ਕੀ ਨਾਂ ਸੀਗਾ? ਸੰਦਲਾ। ਸ਼ਹਿਜ਼ਾਦੇ ਭੰਵਰੇ ਨੂੰ ਭਾਬੀਆਂ ਨੇ ਕੀ ਤਾਨਾ ਮਾਰਿਆ? ਕੀ ਤਾਨਾ ਮਾਰਿਆ ਸੀ? ਉਸਨੇ ਕਿਹਾ ਸੀਗਾ ਵੀ ਮਤਲਬ ਉਸ ਦੀਆਂ ਟਹਿਲ ਸੇਵਾ ਨਹੀਂ ਕਰ ਸਕਦੀਆਂ ਤੇ ਛੋਟੀ ਨੇ ਤਾਨਾ ਮਾਰਿਆ ਸੀ ਵੀ ਜੇਕਰ ਤੈਨੂੰ ਕੋਈ ਲੜਕੀ ਪਸੰਦ ਨਹੀਂ ਆਉਂਦੀ ਤਾਂ ਦੂਰ ਦੁਰਾਡੇ ਦੱਖਣ ਦੇਸ਼ ਵਿੱਚ ਵਸਦੀ ਸੰਦਲਾ ਵਿਆਹ ਲਿਆਵੇ ਜਿਹੜੀ ਕਿ ਗੁਣਾ ਅਤੇ ਖੂਬਸੂਰਤੀ ਦੀ ਮਿਸਾਲ ਹੈ। ਜੋਗੀ ਨੇ ਭੰਵਰੇ ਦੀ ਕਿਵੇਂ ਮਦਦ ਕੀਤੀ? ਜੋਗੀ ਨੇ ਭੰਵਰੇ ਨੂੰ ਕੀ ਦਿੱਤਾ ਸੀਗਾ? ਇੱਕ ਕੋਡੀ ਦਿੱਤੀ ਸੀਗੀ ਤੇ ਕੋਡੀ ਦੀ ਕਰਾਮਾਤ ਕੀ ਸੀਗੀ ਵੀ ਕੋਡੀ ਦੀ ਕਰਾਮਾਤ ਨਾਲ ਕੋਡੀ ਨਾਲ ਉਹ ਸੰਦਲਾ ਨੂੰ ਮਤਲਬ ਉਹ ਜਦੋਂ ਕਿਸੇ ਵੀ ਪੇੜ ਉੱਤੇ ਜਦੋਂ ਕੋਡੀ ਲਾਉਂਦਾ ਤੇ ਉਸ ਵਿੱਚ ਸੰਦਲਾ ਦਾ ਰੂਪ ਦਿਖਾਈ ਦਿੰਦਾ ਸੀਗਾ। ਤੇ ਕੋਡੀ ਦੀ ਇੱਕ ਹੋਰ ਵੀ ਕਰਾਮਾਤ ਸੀ ਕਿ ਉਸ ਨਾਲ ਮਤਲਬ ਕੋਈ ਵੀ ਸੱਪ ਸੀਗਾ ਜਿਹੜਾ ਉਸ ਦੇ ਨੇੜੇ ਨਹੀਂ ਆ ਸਕਦਾ ਸੀ। ਸ਼ਹਿਜ਼ਾਦੇ ਨੂੰ ਪਰੀ ਕਿਵੇਂ ਮਿਲੀ? ਹੁਣ ਤੁਸੀਂ ਇਸ ਕੁਐਸਚਨ ਨੂੰ ਕਿਵੇਂ ਦੱਸੋਗੇ ਵੀ ਸ਼ਹਿਜ਼ਾਦੇ ਨੂੰ ਇੱਕ ਵਾਰ ਤਾਂ ਪਰੀ ਮਿਲ ਜਾਂਦੀ ਹੈ ਪਰ ਛਲੇਡਾ ਜਿਹੜਾ ਸੱਪ ਹੈ ਉਹ ਉਸ ਨੂੰ ਲੈ ਕੇ ਦੂਰ ਆਪਣੇ ਦੇਸ਼ ਚੱਲਿਆ ਜਾਂਦਾ ਹੈ। ਦੋਵੇਂ ਵਿਛੜ ਜਾਂਦੇ ਨੇ ਪਰ ਇੱਕ ਬੁੱਢਾ ਸੱਪ ਸੀਗਾ ਉਸਨੂੰ ਕੀ ਹੈ ਸ਼ਹਿਜ਼ਾਦੇ ਉੱਪਰ ਤਰਸ ਆ ਜਾਂਦਾ ਹੈ ਤੇ ਉਹ ਉਸਨੂੰ ਤਰੀਕਾ ਉਹ ਉਸਨੂੰ ਛਲੇਡੇ ਸੱਪ ਦਾ ਮਤਲਬ ਜਿਹੜਾ ਰਾਜ ਹੈ ਉਸਦਾ ਪਤਾ ਦੱਸਦਾ ਹੈ। ਭੰਵਰਾ ਉੱਥੇ ਜਾਂਦਾ ਹੈ। ਉੱਥੇ ਜੰਗਲ ਵਿੱਚ ਖੁਸ਼ਬੂ ਤੋਂ ਉਸਨੂੰ ਪਤਾ ਲੱਗ ਜਾਂਦਾ ਹੈ ਕਿ ਸੰਦਲਾ ਇੱਥੇ ਹੀ ਹੈ ਪਰ ਜਦੋਂ ਉਹ ਦਰਖਤਾਂ ਉੱਤੇ ਕੋਡੀ ਲਗਾ ਕੇ ਦੇਖਦਾ ਹੈ ਤੇ ਕੀ ਦੇਖਦਾ ਹੈ ਵੀ ਹਰ ਦਰਖਤ ਵਿੱਚ ਸੰਦਲਾ ਦਾ ਸਿਰਫ ਇੱਕ ਅੰਗ ਦਿਖਾਈ ਦੇ ਰਿਹਾ ਹੈ ਤੇ ਉਹ ਕੀ ਕਰਦਾ ਹੈ ਵੀ ਸਾਰੇ ਦਰਖਤਾਂ ਦੀਆਂ
मतलब टहनियाँ टूणियाँ तोड़ के इकट्ठियाँ करके जदों देखदा है कौडी लगा के तो संदला नज़र आउंदी है, तो इस तरह उस संदला नूं मिल जाता है। संदला परी कथा का सार नहीं लिखना। तो इस दे नाल ही बच्चों अपना चैप्टर कंप्लीट होंदा है। अपना वर्क जरूर स्कूले कापियां राही भेजो। धन्यवाद बच्चों।